Welcome back, students. Good morning, all of you. Myself, Mohesh Chandra, Vocational Mistress, Government Senior Secondary School, Chudoli, District Gurdaspur. एक बारी दोबारा वोकेशनल ट्रेड इंपोर्ट एंड एक्सपोर्ट मैनेजमेंट दे +1 क्लास दे सब्जेक्ट प्रिंसीपल्स ऑफ मैनेजमेंट दा थर्ड टॉपिक जो कि है प्रिंसीपल्स ऑफ मैनेजमेंट इस वीडियो राही अज असी कवर करांगे। इस वीडियो ਨੂੰ ਸਟਾਰਟ ਕਰਨ ਤੋਂ ਪਹਿਲੇ ਮੈਂ ਤੁਹਾਨੂੰ ਮੈਨੇਜਮੈਂਟ ਦੇ ਪਿਤਾ ਯਾਨੀ ਫਾਦਰ ਆਫ ਮੈਨੇਜਮੈਂਟ ਹੈਨਰੀ ਫਿਊਲ ਬਾਰੇ ਕੁਝ ਦੱਸਣਾ ਚਾਹੁੰਦੀ ਹਾਂ। Henry Fayol was born on 1841 and he completed his journey in 1925. Henry Fayol has contributed 14 amazing principles towards management, which explains how a manager should organize and interact with their staff. He is also known as the most influential maker for the management. यानी ਉਹਨਾਂ ਨੂੰ ਮੈਨੇਜਮੈਂਟ ਦੇ ਕਰਮਚਾਰੀਆਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲਾ ਇੱਕ ਦੇਨਕਰਤਾ ਵੀ ਮੰਨਿਆ ਜਾਂਦਾ ਹੈ। ਪ੍ਰਿੰਸੀਪਲਸ ਨੂੰ ਅੱਗੇ ਪੂਰੇ ਤਰੀਕੇ ਨਾਲ ਸਮਝਾਉਣ ਤੋਂ ਪਹਿਲੇ ਮੈਂ ਇਹ ਪ੍ਰਿੰਸੀਪਲਸ ਨੂੰ ਫਟਾਫਟ ਰੀਡ ਆਊਟ ਕਰ ਦਾਂਗੀ, ਦੈਨ ਅਸੀਂ ਅਗਲੀ ਸਲਾਈਡਸ ਦੇ ਵਿੱਚ 1 ਬਾਈ 1 ਇਹਨਾਂ ਨੂੰ ਡਿਸਕਸ ਕਰਾਂਗੇ। 14 principles of management contributed by Henry Fayol are division of work, authority, discipline, unity of command, unity of direction, subordination of individual interest to the general interest, remuneration, centralization, scholar chain, order, equity, initiative, stability and tenure of personal management, and spirit de corps। ਇਹਨਾਂ ਸਾਰੇ ਪੁਆਇੰਟਸ ਨੂੰ ਅਸੀਂ 1 ਬਾਈ 1 ਡਿਸਕਸ ਕਰਾਂਗੇ। ਸਭ ਤੋਂ ਪਹਿਲਾ ਪੁਆਇੰਟ ਹੈ ਡਿਵੀਜ਼ਨ ਆਫ ਵਰਕ। ਜਿਵੇਂ ਕਿ ਨਾਮ ਤੋਂ ਹੀ ਕਲੀਅਰ ਹੈ, ਕੰਮ ਦੀ ਵੰਡ। ਇਸ ਸਿਧਾਂਤ ਅਨੁਸਾਰ ਮੈਨੇਜਮੈਂਟ ਦੇ ਸਾਰੇ ਕੰਮਾਂ ਨੂੰ ਯੋਗਤਾ ਅਤੇ ਸਮਰੱਥਾ ਅਨੁਸਾਰ ਵੰਡ ਕੇ ਕਰਮਚਾਰੀਆਂ ਨੂੰ ਦੇਣਾ ਚਾਹੀਦਾ ਹੈ, ਜਿਸ ਨਾਲ ਉਹਨਾਂ ਦੇ ਕੰਮ ਦੇ ਨਤੀਜੇ ਵਧੀਆ ਪ੍ਰਾਪਤ ਹੁੰਦੇ ਹਨ। ਇਸ ਪੁਆਇੰਟ ਤੇ ਮੈਂ ਆਪਣੀ ਲਾਸਟ 2 ਵੀਡੀਓਜ਼ ਤੇ ਵੀ ਬੜਾ ਫੋਕਸ ਦਿੱਤਾ ਸੀਗਾ ਕਿ ਜਿੰਨੇ ਕਰਮਚਾਰੀ ਮੈਨੇਜਮੈਂਟ ਦੇ ਵਿੱਚ ਕੰਮ ਕਰਦੇ ਨੇ, ਕਿਸੇ ਸੰਸਥਾ ਦੇ ਵਿੱਚ ਜੋ ਕਰਮਚਾਰੀ ਕੰਮ ਕਰਦੇ ਨੇ, ਉਹਨਾਂ ਨੂੰ ਉਹਨਾਂ ਦੀ ਯੋਗਤਾ ਅਤੇ ਸਮਰੱਥਾ ਦੇ ਅਨੁਸਾਰ ਹੀ ਕੰਮ ਸੌਂਪਿਆ ਜਾਣਾ ਚਾਹੀਦਾ ਹੈ ਅਤੇ ਹਰੇਕ ਕਰਮਚਾਰੀ ਨੂੰ ਕੰਮ ਵੰਡ ਕੇ ਦੇਣਾ ਚਾਹੀਦਾ ਹੈ। ਸੈਕੰਡ ਪੁਆਇੰਟ ਹੈ ਅਥਾਰਟੀ ਐਂਡ ਰਿਸਪੌਂਸਿਬਿਲਿਟੀ, ਯਾਨੀ ਅਧਿਕਾਰ ਅਤੇ ਜ਼ਿੰਮੇਵਾਰੀ। ਅਥਾਰਟੀ ਦਾ ਅਰਥ ਹੈ ਅਧਿਕਾਰ ਅਤੇ ਸ਼ਕਤੀਆਂ ਜੋ ਕਿ ਕਰਮਚਾਰੀ ਨੂੰ ਕੰਮ ਕਰਨ ਲਈ ਸੌਂਪੀਆਂ ਜਾਂਦੀਆਂ ਹਨ, ਅਤੇ ਰਿਸਪੌਂਸਿਬਿਲਿਟੀ ਦਾ ਭਾਵ ਹੈ ਉਸ ਕੰਮ ਲਈ ਜ਼ਿੰਮੇਵਾਰ ਹੋਣਾ। ਇਹ ਦੋਨੋਂ ਨਾਲ-ਨਾਲ ਚੱਲਦੀਆਂ ਨੇ, ਜਿੱਥੇ ਅਧਿਕਾਰ ਹੁੰਦੇ ਹੈ ਉੱਥੇ ਹੀ ਜ਼ਿੰਮੇਵਾਰੀ ਹੁੰਦੀ ਹੈ। ਯਾਨੀ ਮੈਨੇਜਰ ਜਦੋਂ ਆਪਣੇ ਕਰਮਚਾਰੀ ਨੂੰ ਕੰਮ ਸੌਂਪਦਾ ਹੈ ਤੇ ਉਸਨੂੰ ਉਸ ਕੰਮ ਨੂੰ ਕਰਨ ਦੀ ਅਥਾਰਟੀ ਦਿੰਦਾ ਹੈ, ਔਰ ਜਿਸ ਕਰਮਚਾਰੀ ਨੂੰ ਕੰਮ ਸੌਂਪਿਆ ਜਾਂਦਾ ਹੈ ਉਹ ਪੂਰਨ ਰੂਪ ਨਾਲ ਉਸ ਕੰਮ ਨੂੰ ਕਰਨ ਦੇ ਲਈ ਰਿਸਪੌਂਸਿਬਲ ਹੋ ਜਾਂਦਾ ਹੈ। ਯਾਨੀ ਜੋ ਕੰਮ ਉਹਨੇ ਕੀਤਾ ਹੈ ਉਸ ਦੇ ਨਤੀਜਿਆਂ ਦੇ ਲਈ ਉਹੀ ਕਰਮਚਾਰੀ ਰਿਸਪੌਂਸਿਬਲ ਹੁੰਦਾ ਹੈ, ਉਹੀ ਕਰਮਚਾਰੀ ਜ਼ਿੰਮੇਵਾਰ ਹੁੰਦਾ ਹੈ ਜਿਸ ਨੂੰ ਉਹ ਕੰਮ ਕਰਨ ਦੀ ਅਥਾਰਟੀ ਦਿੱਤੀ ਜਾਂਦੀ ਹੈ। ਥਰਡ ਪੁਆਇੰਟ ਹੈ ਡਿਸਿਪਲਿਨ, ਅਨੁਸ਼ਾਸਨ। ਅਨੁਸ਼ਾਸਨ ਦਾ ਅਰਥ ਹੈ ਆਗਿਆਕਾਰੀ, ਅਥਾਰਟੀ ਲਈ ਸਨਮਾਨ ਅਤੇ ਨਿਯਮਾਂ ਦੀ ਪਾਲਣਾ ਕਰਨਾ। ਸਹੀ ਅਨੁਸ਼ਾਸਨ ਵਾਲੇ ਕਰਮਚਾਰੀਆਂ ਲਈ ਰਿਕਾਰਡ ਦਾ ਨਿਯਮ ਵੀ ਹੋਣਾ ਚਾਹੀਦਾ ਹੈ। ਯਾਨੀ ਡਿਸਿਪਲਿਨ ਤੇ ਹਰ ਜਗ੍ਹਾ ਵਿੱਚ ਮੌਜੂਦ ਹੁੰਦਾ ਹੈ। ਵਿਦਾਊਟ ਡਿਸਿਪਲਿਨ ਅਸੀਂ ਆਪਣੇ ਕੰਮ ਨੂੰ ਪ੍ਰਭਾਵਸ਼ਾਲੀ ਨਹੀਂ ਬਣਾ ਸਕਦੇ। ਲੇਕਿਨ ਮੈਨੇਜਮੈਂਟ ਦੇ ਵਿੱਚ ਡਿਸਿਪਲਿਨ ਦਾ ਅਰਥ ਹੈ ਕਿ ਉਹ ਜੋ ਕਰਮਚਾਰੀ ਨੇ ਉਹ ਆਪਣੇ ਮੈਨੇਜਰ ਦੇ ਆਗਿਆਕਾਰੀ ਹੋਣੇ ਚਾਹੀਦੇ ਹੈ, ਪ੍ਰੋਪਰ ਰੂਲਸ ਐਂਡ ਰੈਗੂਲੇਸ਼ਨਸ ਅਤੇ ਪਾਲਿਸੀਜ਼ ਦੇ ਨਾਲ ਕੰਮ ਕਰਨ ਵਾਲੇ ਹੋਣੇ ਚਾਹੀਦੇ ਨੇ, ਅਤੇ ਮੈਨੇਜਮੈਂਟ ਵਿੱਚ ਇਹ ਪ੍ਰੋਵੀਜ਼ਨ ਵੀ ਹੋਣਾ ਚਾਹੀਦਾ ਹੈ ਕਿ ਜੋ ਵਿਅਕਤੀ ਪੂਰਨ ਰੂਪ ਨਾਲ ਡਿਸਿਪਲਿਨ 'ਚ ਰਹਿ ਕੇ, ਅਨੁਸ਼ਾਸਨ ਦੇ ਵਿੱਚ ਰਹਿ ਕੇ ਕੰਮ ਕਰਦਾ ਹੈ, ਉਸ ਦਾ ਇੱਕ ਰਿਕਾਰਡ ਵੀ ਰੱਖਣਾ ਚਾਹੀਦਾ ਹੈ। ਫੋਰਥ ਪੁਆਇੰਟ ਹੈ ਯੂਨਿਟੀ ਆਫ ਕਮਾਂਡ। ਇਸ ਪੁਆਇੰਟ ਦੇ ਵਿੱਚ ਅਸੀਂ 2 ਪੁਆਇੰਟ ਕਵਰ ਕਰਾਂਗੇ, ਯੂਨਿਟੀ ਆਫ ਕਮਾਂਡ ਐਂਡ ਯੂਨਿਟੀ ਆਫ ਡਾਇਰੈਕਸ਼ਨ। ਇਸ ਦਾ ਪੰਜਾਬੀ ਦੇ ਵਿੱਚ ਅਨੁਵਾਦ ਹੈ ਆਦੇਸ਼ ਅਤੇ ਸੇਧ ਦੀ ਇਕਸਾਰਤਾ। ਯਾਨੀ ਕਿ ਜੋ ਕਰਮਚਾਰੀ ਨੇ ਉਹਨਾਂ ਨੂੰ, ਇਸ ਦਾ ਅਰਥ ਹੈ ਕਿ ਕਿਸੇ ਵੀ ਕਰਮਚਾਰੀ ਦਾ ਇੱਕੋ ਹੀ ਬੌਸ ਹੋਣਾ ਚਾਹੀਦਾ ਹੈ ਤਾਂ ਜੋ ਇੱਕ ਮੈਨੇਜਰ ਕੋਲੋਂ ਹੀ ਆਦੇਸ਼ ਪ੍ਰਾਪਤ ਕਰ ਸਕੇ। ਇਸੇ ਤਰ੍ਹਾਂ ਉਸਨੂੰ ਦਿਸ਼ਾ ਨਿਰਦੇਸ਼ ਦੇਣ ਵਾਲਾ ਵੀ ਇੱਕੋ ਹੀ ਮੈਨੇਜਰ ਹੋਣਾ ਚਾਹੀਦਾ ਹੈ ਤਾਂ ਜੋ ਉਸਨੂੰ ਇੱਕ ਦਿਸ਼ਾ ਵੱਲ ਹੀ, ਇੱਕ ਉਦੇਸ਼ ਦੀ ਪੂਰਤੀ ਵੱਲ ਹੀ ਪ੍ਰੇਰਿਤ ਕਰ ਸਕੇ। ਇਸ ਦੀ ਇੱਕ ਐਗਜ਼ਾਮਪਲ ਹੈ ਬੇਟਾ ਕਿ ਜਿਵੇਂ ਅਸੀਂ ਕਿਸੇ ਮੈਨੇਜਰ ਨੂੰ ਅਸੀਂ ਕੰਮ ਦਿੰਦੇ ਹਾਂ, ਸਪੋਜ਼ ਕਿਸੇ ਕਰਮਚਾਰੀ ਨੂੰ ਅਸੀਂ ਕੰਮ ਦੇਣ ਲੱਗੇ ਹਾਂ ਤੇ ਔਨ ਦ ਸੇਮ ਟਾਈਮ ਅਗਰ ਉਹ ਕਰਮਚਾਰੀ 2 ਜਾਂ 3 ਮੈਨੇਜਰਸ ਕੋਲ ਆਪਣਾ ਕੰਮ ਲਏਗਾ ਤੇ ਉਹਦੇ ਮਨ 'ਚ ਡਾਊਟ ਆ ਜਾਏਗਾ ਕਿ ਮੈਂ ਕਿਸ ਮੈਨੇਜਰ ਦਾ ਕੰਮ ਪਹਿਲੇ ਕਰਾਂ। ਉਸਦੀ ਇਸ ਆਸ਼ੰਕਾ ਨੂੰ ਜੋ ਹੈ ਉਹ ਬਹੁਤ ਹੀ ਜ਼ਿਆਦਾ ਉਹਦੇ ਲਈ ਖਰਾਬ ਹੋਏਗੀ, ਕਿਉਂਕਿ ਉਹਨੂੰ ਇਹ ਸਮਝ ਨਹੀਂ ਆਏਗਾ ਕਿ ਮੈਂ ਕਿਸ ਮੈਨੇਜਰ ਦੇ ਕੰਮ ਨੂੰ ਪਹਿਲ ਦੇ ਆਧਾਰ ਤੇ ਕਰਾਂ, ਜਿਸ ਦੇ ਨਤੀਜੇ ਉਹਨੂੰ ਹੈ ਉਹ ਗਲਤ ਪ੍ਰਾਪਤ ਹੋਣਗੇ। ਇਸੇ ਲਈ ਬੋਲਿਆ ਜਾਂਦਾ ਹੈ ਕਿ ਅਗਰ ਉਹਨੂੰ ਉਸ ਸਮੇਂ ਦੇ ਵਿੱਚ ਇੱਕੋ ਹੀ ਮੈਨੇਜਰ ਜਾਂ ਇੱਕੋ ਹੀ ਬੌਸ ਆਦੇਸ਼ ਦੇਵੇਗਾ ਤੇ ਉਹ ਕੰਮ ਨੂੰ ਵਧੀਆ ਤਰੀਕੇ ਨਾਲ ਕਰ ਸਕੇਗਾ। ਉਵੇਂ ਹੀ ਜੋ ਸਾਨੂੰ ਕਰਮਚਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿਖਾਉਣ ਵਾਲੇ ਬੰਦੇ ਨੇ ਉਹ ਇੱਕੋ ਹੀ ਹੋਣਾ ਚਾਹੀਦਾ ਹੈ ਅਤੇ ਇੱਕੋ ਹੀ ਉਦੇਸ਼ ਵੱਲ ਸਮਝਾਉਣ ਵਾਲਾ ਹੋਣਾ ਚਾਹੀਦਾ ਹੈ। ਸਾਡਾ ਮੈਨੇਜਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਜੋ ਸਾਨੂੰ ਇੱਕੋ ਹੀ ਦਿਸ਼ਾ ਨਿਰਦੇਸ਼ ਦੇਵੇ, ਸੋ ਡੈਟ ਕਿ ਆਪਣੇ ਅਸੀਂ ਉਦੇਸ਼ਾਂ ਦੀ ਪੂਰਤੀ ਬੜੇ ਵਧੀਆ ਤਰੀਕੇ ਨਾਲ ਕਰ ਸਕੀਏ।
ਫਿਫਥ ਪੁਆਇੰਟ ਹੈ ਸਬਆਰਡੀਨੇਸ਼ਨ ਆਫ ਇੰਡੀਵਿਜੂਅਲ ਇੰਟਰਸਟ ਟੂ ਦ ਜਨਰਲ ਇੰਟਰਸਟ। ਇਸ ਸਿਧਾਂਤ ਵਿੱਚ ਵਿਅਕਤੀਗਤ ਰੁਚੀਆਂ ਤੋਂ ਜ਼ਿਆਦਾ ਸੰਸਥਾਤਮਕ ਰੁਚੀਆਂ ਨੂੰ ਹਮੇਸ਼ਾ ਪਹਿਲ ਦੇਣੀ ਚਾਹੀਦੀ ਹੈ ਅਤੇ ਆਪਣੇ ਲਾਭ ਤੋਂ ਪਹਿਲੇ ਸੰਸਥਾ ਦਾ ਲਾਭ ਸੋਚਣਾ ਚਾਹੀਦਾ ਹੈ। ਇਸ ਦਾ ਮਤਲਬ ਹੈ ਕਿ ਜੋ ਇੰਡੀਵਿਜੂਅਲ ਆਪਣੀ ਸੰਸਥਾ ਦੇ ਵਿੱਚ ਕੰਮ ਕਰ ਰਹੇ ਨੇ, ਜੋ ਵਿਅਕਤੀ, ਜੋ ਕਰਮਚਾਰੀ ਉਸ ਸੰਸਥਾ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਆਪਣੇ ਵਿਅਕਤੀਗਤ ਰੁਚੀਆਂ ਨੂੰ ਇੱਕ ਸਾਈਡ ਤੇ ਰੱਖ ਦੇਣਾ ਚਾਹੀਦਾ ਹੈ, ਬਲਕਿ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਜੋ ਸੰਸਥਾ ਦੀ ਰੁਚੀ ਹੈ, ਜੋ ਸੰਸਥਾ ਦਾ ਆਬਜੈਕਟਿਵ ਹੈ, ਉਸ ਲਈ ਕੰਮ ਕਰਨ, ਨਾ ਕਿ ਆਪਣੇ ਪਰਸਨਲ ਇੰਟਰਸਟ ਲਈ ਕੰਮ ਕਰਨ। ਇਹ ਸਿਧਾਂਤ ਸਾਨੂੰ ਇਹ ਦੱਸਦਾ ਹੈ। ਉਸ ਦੇ ਵਿੱਚ ਉਹਦਾ ਇੰਡੀਵਿਜੂਅਲ ਦਾ ਇੰਟਰਸਟ ਨਹੀਂ ਹੋਣਾ ਚਾਹੀਦਾ, ਬਲਕਿ ਇੱਕ ਕਾਮਨ ਗੋਲ ਦੀ ਤਰਫ ਉਹਨੂੰ ਕਾਮਨ ਗੋਲ ਨੂੰ ਅਚੀਵ ਕਰਨ ਦੇ ਲਈ ਉਸਨੂੰ ਕੰਮ ਕਰਨਾ ਚਾਹੀਦਾ ਹੈ। ਨੈਕਸਟ ਪੁਆਇੰਟ ਹੈ ਰੈਮੂਨਰੇਸ਼ਨ ਮੀਨ ਸੈਲਰੀ, ਜਿਹਦਾ ਅਰਥ ਹੈ ਭੱਤੇ ਅਤੇ ਤਨਖਾਹ। ਹਰ ਇੱਕ ਕਰਮਚਾਰੀ ਨੂੰ ਉਸ ਦੁਆਰਾ ਕੀਤੇ ਜਾਣ ਵਾਲੇ ਕੰਮ ਦੇ ਬਦਲੇ ਤਨਖਾਹ ਅਤੇ ਉਚਿਤ ਭੱਤੇ ਦਿੱਤੇ ਜਾਂਦੇ ਹਨ, ਯਾਨੀ ਸਮਥਿੰਗ ਇਨ ਕੰਸੀਡਰੇਸ਼ਨ। ਇਫ ਸਮਬਡੀ ਇਜ਼ ਡੂਇੰਗ ਸਮਥਿੰਗ ਫॉर ਅਸ, तो इट्स आवर ड्यूटी, इट्स आवर रिस्पॉन्सिबिलिटी टू गिव हम समथिंग बैक इन कंसीडरेशन। मतलब कि ਜਦੋਂ ਕੋਈ ਕਰਮਚਾਰੀ ਸਾਡੇ ਨਾਲ ਜੁੜ ਕੇ ਸਾਡੇ ਲਈ ਕੋਈ ਕੰਮ ਕਰਦਾ ਹੈ ਤੇ ਮੈਨੇਜਰ ਦੀ ਜ਼ਿੰਮੇਵਾਰੀ ਹੁੰਦੀ ਹੈ, ਮੈਨੇਜਮੈਂਟ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਸ ਦੇ ਬਦਲੇ ਉਸਨੂੰ ਇੱਕ ਪ੍ਰੋਪਰ ਸੈਲਰੀ, ਇੱਕ ਪ੍ਰੋਪਰ ਫੀਸ ਜਾਂ ਪ੍ਰੋਪਰ ਭੱਤੇ ਦਿੱਤੇ ਜਾਣ। ਨੈਕਸਟ ਹੈ ਸੈਂਟਰਲਾਈਜੇਸ਼ਨ ਐਂਡ ਡੀਸੈਂਟਰਲਾਈਜੇਸ਼ਨ, ਜਿਸ ਦਾ ਪੰਜਾਬੀ ਦੇ ਵਿੱਚ ਅਨੁਵਾਦ ਹੈ ਕੇਂਦਰੀਕਰਨ ਅਤੇ ਵਿਕੇਂਦਰੀਕਰਨ। ਅਥਾਰਟੀ ਅਤੇ ਜ਼ਿੰਮੇਵਾਰੀ ਮੈਨੇਜਰ ਕੋਲ ਰੱਖਣਾ ਜਾਂ ਇਸ ਨੂੰ ਕਰਮਚਾਰੀਆਂ ਵਿੱਚ ਵੰਡ ਦੇਣਾ। ਕੇਂਦਰੀਕਰਨ ਵਿੱਚ ਇਹ ਦੋਨੇ ਚੀਜ਼ਾਂ ਇੱਕੋ ਵਿਅਕਤੀ ਕੋਲ ਰਹਿੰਦੀਆਂ ਨੇ ਅਤੇ ਵਿਕੇਂਦਰੀਕਰਨ ਵਿੱਚ ਇਹ ਚੀਜ਼ਾਂ ਨੂੰ ਵੰਡ ਦਿੱਤਾ ਜਾਂਦਾ ਹੈ। ਯਾਨੀ ਕੇਂਦਰੀਕਰਨ ਦੇ ਵਿੱਚ ਜੋ ਅਥਾਰਟੀਜ਼, ਜੋ ਡਿਊਟੀਜ਼ ਐਂਡ ਰਿਸਪੌਂਸਿਬਿਲਿਟੀਜ਼ ਨੇ ਉਹ ਇੱਕੋ ਹੀ ਇਨਸਾਨ ਕੋਲ ਰਹਿੰਦੀਆਂ ਨੇ, ਉਹ ਆਪਣੀ ਡਿਊਟੀਜ਼ ਨੂੰ ਅੱਗੇ ਵੰਡਦਾ ਨਹੀਂ ਹੈ। ਲੇਕਿਨ ਵਿਕੇਂਦਰੀਕਰਨ ਦੇ ਵਿੱਚ ਇਹੀ ਡਿਊਟੀਜ਼, ਇਹੀ ਰਿਸਪੌਂਸਿਬਿਲਿਟੀਜ਼ ਜੋ ਹੈ ਉਹ ਵੱਖਰੇ ਵੱਖਰੇ ਕਰਮਚਾਰੀਆਂ ਦੇ ਵਿੱਚ ਵੰਡ ਦਿੱਤੀਆਂ ਜਾਂਦੀਆਂ ਨੇ ਅਤੇ ਜਿਸ ਕਰਮਚਾਰੀ ਨੂੰ ਜੋ ਅਥਾਰਟੀ, ਜੋ ਡਿਊਟੀਜ਼ ਦਿੱਤੀਆਂ ਜਾਂਦੀਆਂ ਨੇ ਉਹ ਉਹਨਾਂ ਲਈ ਹੀ ਰਿਸਪੌਂਸਿਬਲ ਹੁੰਦੇ ਨੇ। ਨੈਕਸਟ ਹੈ ਸਕਾਲਰ ਚੇਨ। ਇਸ ਵਿੱਚ ਸੁਪਰਵਿਜ਼ਨ ਦੀ ਸਭ ਤੋਂ ਵੱਡੀ ਅਥਾਰਟੀ ਤੋਂ ਲੈ ਕੇ ਹੇਠ ਤੱਕ ਕਰਮਚਾਰੀਆਂ ਦਾ ਸਥਾਨ ਤੈਅ ਕੀਤਾ ਜਾਂਦਾ ਹੈ। ਸਾਰੇ ਹੁਕਮ ਅਤੇ ਹਿਦਾਇਤਾਂ ਇਸੇ ਚੇਨ ਦੇ ਅਨੁਸਾਰ ਚੱਲਦੀਆਂ ਨੇ। ਜਿਵੇਂ ਕਿ ਤੁਸੀਂ ਇਸ ਫਿਗਰ ਦੇ ਵਿੱਚ ਦੇਖਦੇ ਪਏ ਹੋ ਕਿ ਇੱਕ ਸਾਈਡ ਤੇ ਜੋ ਅਪਵਰਡ ਕਮਿਊਨੀਕੇਸ਼ਨ ਹੈ ਉਹ ਹੈ 1 2 3 4 5 6 ਤੱਕ ਹੈ, ਟੌਪ ਤੱਕ, ਐਂਡ ਜੋ ਸਾਈਡ ਡਾਊਨ ਸਾਈਡ ਕਮਿਊਨੀਕੇਸ਼ਨ ਹੈ ਉਹ ਹੈ ABCDEF। ਇਹ ਸਾਨੂੰ ਇਹ ਦੱਸਦਾ ਹੈ ਕਿ ਜੋ ਬਿਲਕੁਲ ਲੋ ਲੈਵਲ ਹੈ ਯਾਨੀ 1 ਲੈਵਲ ਹੈ, ਇਫ ਹੀ ਵਾਂਟਸ ਟੂ ਟਾਕ ਵਿਦ ਦ ਲੈਵਲ 5th ਤੇ ਉਸਨੂੰ ਇੱਕ ਪ੍ਰੋਪਰ ਚੈਨਲ ਦੇ ਥਰੂ ਚੱਲਣਾ ਪਏਗਾ। ਯਾਨੀ ਫਰਸਟ ਵਾਲਾ ਬੰਦਾ ਜੋ ਆਪਣੀ ਗੱਲ ਹੈ, ਜੋ ਕਰਮਚਾਰੀ ਆਪਣੀ ਗੱਲ ਹੈ, ਉਹ ਪਹਿਲੇ ਸੈਕਿੰਡ ਨੂੰ ਦੱਸੇਗਾ, ਸੈਕਿੰਡ ਵਾਲਾ ਉਸਨੂੰ ਥਰਡ ਤੱਕ ਕੈਰੀ ਕਰੇਗਾ, ਥਰਡ ਵਾਲਾ ਉਸਨੂੰ ਫੋਰਥ ਕੈਰੀ ਕਰੇਗਾ, ਫੋਰਥ ਵਾਲਾ ਉਸਨੂੰ ਫਿਫਥ ਤੇ ਕੈਰੀ ਕਰੇਗਾ। ਔਰ ਦੁਬਾਰਾ ਜਦੋਂ ਜੋ ਸੋਲੂਸ਼ਨ ਆਏਗਾ, ਜੋ ਆਊਟਪੁੱਟ ਆਏਗੀ, ਅਗੇਨ ਜੋ ਫਿਫਥ ਵਾਲਾ ਹੈ ਉਹ ਫੋਰਥ ਨੂੰ ਦੇਗਾ, ਫੋਰਥ ਵਾਲਾ ਥਰਡ ਨੂੰ ਦੇਗਾ, ਥਰਡ ਵਾਲਾ ਸੈਕਿੰਡ ਨੂੰ ਦੇਗਾ, ਸੈਕਿੰਡ ਵਾਲਾ ਫਸਟ ਨੂੰ ਦੇਗਾ। यानी डायरेक्टली कभी भी टॉप लेवल जो है वो सॉरी जो मिडल लो लेवल है वो कभी भी डायरेक्टली टॉप लेवल नाल मीट नहीं कर सकता। यानी अपनी गल रखने के लिए मिडल नूं पहले अपनी गल, लो नूं पहले अपनी गल मिडल लेवल तक पहुँचानी होंदी है, दैन मिडल लेवल जो है उसनूं टॉप लेवल तक पहुँचाता है। एंड थर्ड एंड सी पॉइंट तुसीं देखिया होना है गैंग प्लैंक। गैंग प्लैंक का मतलब हुंदा है कि जदों वखरे वखरे दो डिपार्टमेंट्स ते इक्को लैवल दे बंदे आपस च काम करते हैं, यानी ये तो दो डिपार्टमेंट्स ने, एक 1 to 6 तक डिपार्टमेंट है एंड अनदर डिपार्टमेंट इज फ्रॉम A to F। लेकिन द पर्सन हु इज सिटिंग इन C and the person who is sitting in 3 point they both are attaining the same position। यानी वो दोने बंदे सेम पोजीशन अटेन करते हैं तो वो दोने आपस च इकट्ठे जिस तरह मर्जी गल कर सकते हैं, जो डायरैक्ट गल करते हैं उस प्रोसैस नूं गैंग प्लैंक बोलिया जाता है। ਨੈਕਸਟ ਪੁਆਇੰਟ ਹੈ ਆਰਡਰ, ਕ੍ਰਮ। ਇਸ ਸਿਧਾਂਤ ਵਿੱਚ ਵਸਤੂਆਂ ਅਤੇ ਲੋਕਾਂ ਦੇ ਸੰਬੰਧ ਦਾ ਕ੍ਰਮਬੱਧ ਪ੍ਰਬੰਧ ਹੋਣਾ ਚਾਹੀਦਾ ਹੈ। ਵਸਤੂਆਂ ਦਾ ਸਹੀ ਅਤੇ ਉਚਿਤ ਜਗ੍ਹਾ ਤੇ ਪ੍ਰਯੋਗ ਅਤੇ ਰੱਖ ਰਖਾਵ ਹੋਣਾ ਚਾਹੀਦਾ ਹੈ ਅਤੇ ਕਰਮਚਾਰੀਆਂ ਨੂੰ ਵੀ ਉਹਨਾਂ ਦੀ ਯੋਗਤਾ ਅਨੁਸਾਰ ਕੰਮ ਸੌਂਪਿਆ ਜਾਣਾ ਚਾਹੀਦਾ ਹੈ। ਆਰਡਰ ਜਿਵੇਂ ਕਿ ਨਾਮ ਤੋਂ ਹੀ ਕਲੀਅਰ ਹੈ ਕਿ ਸਾਨੂੰ ਆਪਣੀ ਵਸਤੂਆਂ ਦਾ ਜੋ ਰੱਖ ਰਖਾਵ ਹੈ ਉਹ ਇੱਕ ਪ੍ਰੋਪਰ ਆਰਡਰ ਦੇ ਵਿੱਚ ਹੋਣਾ ਚਾਹੀਦਾ ਹੈ। ਸਾਨੂੰ ਆਪਣੇ ਰਿਸੋਰਸਿਸ ਨੂੰ ਬੈਟਰ ਯੂਟੀਲਾਈਜ਼ ਕਰਨਾ ਚਾਹੀਦਾ ਹੈ ਅਤੇ ਕਰਮਚਾਰੀਆਂ ਨੂੰ ਵੀ ਉਹਨਾਂ ਦੀ ਯੋਗਤਾ ਦੇ ਅਨੁਸਾਰ ਹੀ ਕੰਮ ਸੌਂਪਿਆ ਜਾਣਾ ਚਾਹੀਦਾ ਹੈ। ਇੱਕ ਪ੍ਰੋਪਰ ਆਰਡਰ ਦੇ ਵਿੱਚ ਕੰਮ ਦਿੱਤਾ ਜਾਣਾ ਚਾਹੀਦਾ ਹੈ ਸੋ ਡੈਟ ਕਿ ਜਿਹੜੀ ਸਾਡੀ ਆਊਟਪੁੱਟ ਹੈ ਉਹ ਸਾਡੇ ਆਬਜੈਕਟਿਵਸ ਨੂੰ ਫੁੱਲੀ ਅਚੀਵ ਕਰ ਸਕਣ। ਨੈਕਸਟ ਹੈ ਇਕੁਇਟੀ, ਸਮਾਨਤਾ। ਕਿਸੇ ਵੀ ਕਰਮਚਾਰੀ ਨਾਲ ਜਾਤ, ਧਰਮ, ਉਮਰ ਦੇ ਆਧਾਰ ਤੇ ਵਿਤਕਰਾ ਨਹੀਂ ਕੀਤਾ ਜਾਣਾ ਚਾਹੀਦਾ। ਮੈਨੇਜਰ ਦੀ ਨਜ਼ਰ ਵਿੱਚ ਕਰਮਚਾਰੀ ਬਰਾਬਰ ਹੋਣੇ ਚਾਹੀਦੇ ਹੈ। यानी मैनेजमेंट ਨੂੰ ਇਹ ਚਾਹੀਦਾ ਹੈ ਕਿ ਜੋ ਮੈਨੇਜਰ ਉਸ ਸੰਸਥਾ ਦੇ ਵਿੱਚ ਕੰਮ ਕਰਦੇ ਨੇ ਉਹ ਆਪਣੇ ਕਰਮਚਾਰੀਆਂ ਨੂੰ ਇੱਕੋ ਹੀ ਦ੍ਰਿਸ਼ਟੀਕੋਣ ਨਾਲ ਦੇਖਣ। ਉਹਨਾਂ ਦੇ ਲਈ ਸਾਰੇ ਕਰਮਚਾਰੀ ਬਰਾਬਰ ਹੋਣੇ ਚਾਹੀਦੇ ਹੈ, ਚਾਹੇ ਉਹ ਕਿਸੇ ਵੀ ਜਾਤ ਦੇ ਨੇ, ਕਿਸੇ ਵੀ ਧਰਮ ਦੇ ਨੇ ਜਾਂ ਕਿਸੇ ਵੀ ਉਮਰ ਦੇ ਨੇ। ਉਹਨਾਂ ਦੇ ਵਿੱਚ ਇਹ ਤਿੰਨਾਂ ਚੀਜ਼ਾਂ ਨੂੰ ਲੈ ਕੇ ਕਰਮਚਾਰੀਆਂ ਦੇ ਨਾਲ ਭੇਦਭਾਵ ਨਹੀਂ ਕਰਨਾ ਚਾਹੀਦਾ। ਨੈਕਸਟ ਪੁਆਇੰਟ ਹੈ ਇਨੀਸ਼ੀਏਟਿਵ, ਪਹਿਲ ਕਰਨ ਵਾਲਾ। ਇਹ ਤਾਂ ਵੈਸੇ ਵੀ ਬਹੁਤ ਹੀ ਇੰਪੋਰਟੈਂਟ ਇੱਕ ਮੈਨੇਜਰ ਦਾ ਫੀਚਰ ਹੁੰਦਾ ਹੈ, ਇੱਕ ਮੈਨੇਜਰ ਦਾ ਬਹੁਤ ਹੀ ਇੰਪੋਰਟੈਂਟ ਗੁਣ ਹੈ ਇਹ ਕਿ ਉਹ ਪਹਿਲ ਕਰਨ ਵਾਲਾ ਹੋਣਾ ਚਾਹੀਦਾ ਹੈ। ਕਰਮਚਾਰੀਆਂ ਵਿੱਚ ਕੰਮ ਕਰਨ ਦੀ ਪਹਿਲ ਦੀ ਇੱਛਾ ਹੋਣੀ ਚਾਹੀਦੀ ਹੈ। ਮੈਨੇਜਰ ਤੋਂ
ਦੇ ਬਿਨਾਂ ਕਹੇ ਹੀ ਕੰਮ ਦੀ ਪਹਿਲ ਕਰਨ ਦੀ ਸੋਚ ਹੋਣੀ ਚਾਹੀਦੀ ਹੈ। ਯਾਨੀ ਜ਼ਰੂਰੀ ਨਹੀਂ ਹੈ ਕਿ ਅਗਰ ਸਾਨੂੰ ਮੈਨੇਜਰ ਕਹੇਗਾ ਤਾਂ ਅਸੀਂ ਉਸ ਤभी ਅਸੀਂ ਇਸ ਕੰਮ ਨੂੰ ਕਰਾਂਗੇ। ਸਾਡੇ 'ਚ ਇੱਛਾ ਹੋਣੀ ਚਾਹੀਦੀ ਹੈ, ਸਾਡੇ 'ਚ ਇਨੀਸ਼ੀਏਟਿਵ ਲੈਣ ਦਾ ਗੁਣ ਹੋਣਾ ਚਾਹੀਦਾ ਹੈ ਕਿ ਮੈਨੇਜਰ ਤੋਂ ਬਿਨਾਂ ਕਹੇ ਹੀ ਅਸੀਂ ਉਸ ਕੰਮ ਨੂੰ ਪੂਰਾ ਕਰ ਸਕੀਏ। ਨੈਕਸਟ ਹੈ ਸਟੇਬਿਲਿਟੀ ਆਫ ਟੈਨਿਓਰ ਆਫ EMPLOYEES, ਨੌਕਰੀ ਪੀਰੀਅਡ ਦੀ ਸਥਿਰਤਾ। ਕਰਮਚਾਰੀਆਂ ਨੂੰ ਇੱਕੋ ਨੌਕਰੀ ਤੇ ਜ਼ਿਆਦਾ ਸਮਾਂ ਸਥਿਰ ਰਹਿ ਕੇ ਕੰਮ ਕਰਨਾ ਚਾਹੀਦਾ ਹੈ। ਇਸ ਨਾਲ ਉਸਦੀ ਮੁਹਾਰਤ ਜ਼ਿਆਦਾ ਹੁੰਦੀ ਹੈ ਅਤੇ ਕੰਮ ਦਾ ਗਿਆਨ ਵੀ ਜ਼ਿਆਦਾ ਹੁੰਦਾ ਹੈ। ਇਹ ਪੁਆਇੰਟ ਵੀ ਬਹੁਤ ਇੰਪੋਰਟੈਂਟ ਹੈ ਕਿਉਂਕਿ ਹਰ EMPLOYEE ਨੂੰ ਚਾਹੀਦਾ ਹੈ ਕਿ ਉਹ ਕਿਸੇ ਸੰਸਥਾ ਨਾਲ ਜ਼ਿਆਦਾ ਤੋਂ ਜ਼ਿਆਦਾ ਸਮੇਂ ਨਾਲ ਜੁੜਿਆ ਰਹੇ। ਇਸ ਨਾਲ ਉਸਦੀ ਮੁਹਾਰਤ ਅਤੇ ਉਸਦੇ ਗਿਆਨ ਦੇ ਵਿੱਚ ਵਾਧਾ ਹੁੰਦਾ ਹੈ। ਅਗਰ ਉਹ ਥੋੜ੍ਹੇ ਸਮੇਂ ਬਾਅਦ ਆਪਣੀ ਆਰਗੇਨਾਈਜੇਸ਼ਨ ਨੂੰ ਚੇਂਜ ਕਰੇਗਾ, ਆਪਣੀ ਸੰਸਥਾ ਨੂੰ ਚੇਂਜ ਕਰੇਗਾ, ਤੇ ਇਹ ਉਹਦਾ ਇੱਕ ਨੈਗੇਟਿਵ ਰੂਪ ਦੇਗਾ ਕਿ ਕਿਉਂ, ਐਸੀ ਕੀ ਉਹਦੇ 'ਚ ਡਿਸਕੁਆਲਿਟੀਜ਼ ਹੈਗੀਆਂ ਕਿ ਜਿਹਦੀ ਵਜ੍ਹਾ ਨਾਲ ਉਹ ਇੱਕ ਸੰਸਥਾ ਦੇ ਵਿੱਚ ਟਿਕ ਕੇ ਕੰਮ ਨਹੀਂ ਕਰਦਾ। ਇਸ ਲਈ ਇੱਕ EMPLOYEE ਨੂੰ ਚਾਹੀਦਾ ਹੈ ਕਿ ਉਹ ਸੰਸਥਾ ਦੇ ਵਿੱਚ ਬਹੁਤ ਹੀ ਲੰਬੇ ਸਮੇਂ ਤੱਕ ਕੰਮ ਕਰੇ। ਲਾਸਟ 13th point, ਇਹ 13th ਨਹੀਂ ਐਕਚੁਅਲ 'ਚ 14th point ਹੈ, ਬਟ 4th and 5th point that is unity of command and unity of direction are explained in a common point, ਇਸ ਕਰਕੇ 13th ਨੰਬਰ ਆਇਆ। ਅਦਰਵਾਈਜ਼ this is the last principle of management, spirit de corps। ਇਸ ਦਾ ਅਰਥ ਹੈ ਕਿ ਮੈਨੇਜਮੈਂਟ ਨੂੰ ਸਮੇਂ-ਸਮੇਂ ਤੇ ਆਪਣੇ ਕਰਮਚਾਰੀਆਂ ਦਾ ਉਤਸ਼ਾਹ ਵਧਾਉਂਦੇ ਰਹਿਣਾ ਚਾਹੀਦਾ ਹੈ ਅਤੇ ਉਹਨਾਂ ਵਿੱਚ ਕੰਮ ਕਰਨ ਦੀ ਕੋਸ਼ਿਸ਼ ਨੂੰ ਹੋਰ ਜ਼ਿਆਦਾ ਪ੍ਰੇਰਿਤ ਕਰਨਾ ਚਾਹੀਦਾ ਹੈ। ਮੈਨੇਜਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਕਰਮਚਾਰੀਆਂ ਦੇ ਵਿੱਚ ਉਤਸ਼ਾਹ ਪੈਦਾ ਕਰ ਸਕੇ, ਉਹਨਾਂ ਨੂੰ ਮੋਟੀਵੇਸ਼ਨ ਦੇ ਸਕੇ ਤਾਂ ਕਿ ਉਹ ਕੰਮ ਨੂੰ ਵਧੀਆ ਕਰਨ। ਮੋਟੀਵੇਸ਼ਨ ਜਿਸ ਤਰ੍ਹਾਂ ਦੀ ਮਰਜ਼ੀ ਹੋਏ, ਚਾਹੇ ਉਹ ਮੋਨੇਟਰੀ ਟਰਮਸ 'ਚ ਹੋਣ, ਚਾਹੇ ਉਹ ਨੋਨ ਮੋਨੇਟਰੀ ਟਰਮਸ ਦੇ ਹੋਣ, ਉਹਨਾਂ ਦਾ ਉਤਸ਼ਾਹ ਵਧਾਉਂਦੇ ਰਹਿਣਾ ਚਾਹੀਦਾ ਹੈ। ਔਰ ਹਰ ਮੈਨੇਜਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਕਰਮਚਾਰੀ ਨਾਲ EMPLOYEE ਫਰੈਂਡਲੀ ਬਣ ਕੇ ਰਹੇ। ਇਹ ਸੀਗੇ ਮੈਨੇਜਮੈਂਟ ਦੇ ਹੈਨਰੀ ਫਿਊਲ ਦੁਆਰਾ ਕੰਟਰੀਬਿਊਟਡ 14 ਪ੍ਰਿੰਸੀਪਲਸ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਸਾਰੇ ਬੱਚਿਆਂ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਮਝ ਆਏ ਹੋਣਗੇ। ਜੇਕਰ ਤੁਹਾਨੂੰ ਵਧੀਆ ਤਰੀਕੇ ਨਾਲ ਸਮਝ ਆਏ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ। ਥੈਂਕ ਯੂ ਸੋ ਮਚ।